ਜਦੋਂ ਘਰ ਦਾ ਫੋਨ ਵੱਜਿਆ ਮੈਂ ਕੰਪਿਊਟਰ 'ਤੇ ਸੀਗਾ। ਲੈਜ਼ਲੀ ਨੇ ਮੇਰੇ ਐਕਸਲ ਟੇਬਲ ਵਿੱਚ ਰੋਜ਼ ਵਢਾ ਕੇ ਸਭ ਕੁਝ ਉਲਟਾ ਸਿੱਧਾ ਕਰ ਦਿੱਤਾ। ਮੈਨੂੰ ਪਤਾ ਸੀ ਕਿ ਅੰਮੀ ਦਾ ਹੀ ਫੋਨ ਹੋਵੇਗਾ। ਫਿਰ ਮੈਂ ਮੋਬਾਈਲ ਸਾਇਲੈਂਟ 'ਤੇ ਰੱਖਦਾ, ਪਰ ਅੰਮੀ ਨੂੰ ਪਤਾ ਪਏ ਮੈਂ ਘਰ ਹੀ ਹਾਂ। ਰਿਮੋਟ ਵਰਕਿੰਗ ਨਾਲ ਸਾਡੇ ਕਾਫੀ ਡਾਕੂਮੈਂਟਸ ਸ਼ੇਅਰਡ ਐਕਸੈਸ ਹੁੰਦੇ, ਤਾਂ ਹੀ ਹੁਣ ਮੇਰਾ ਫਾਰਮੂਲਾ ਖਰਾਬ ਹੋ ਗਿਆ ਸੀ। ਅਸੀਂ ਕੰਮ 'ਤੇ ਮਜ਼ਾਕ ਕਰਦੇ ਹੈ ਕਿ ਲੈਜ਼ਲੀ ਸਿੱਖਣੀ ਪਏਗੀ ਉਹਦਾ ਕੰਮ ਠੀਕ ਕਰਨ। ਅੰਮੀ ਨੂੰ ਇੰਤਜ਼ਾਰ ਕਰਨਾ ਪਏਗਾ। ਫਿਰ ਮੈਨੂੰ ਬੁਰਾ ਲੱਗਿਆ। ਅੱਬੂ ਦੀ ਡੈਥ ਕੋਵਿਡ ਤੋਂ ਸਿਰਫ ਥੋੜ੍ਹੇ ਕੁ ਮਹੀਨੇ ਹੋਏ ਸੀ। ਨਾਲੇ ਮੇਰਾ ਛੋਟਾ ਭਰਾ ਸੈਫ ਵੀ ਉੱਦਾਂ ਹੀ ਜਾਨ ਤੋਂ ਬਚ ਗਿਆ। ਅੰਮੀ ਹਾਲੇ ਮੁਸ਼ਕਿਲ ਵਿੱਚ ਹੈ। ਅੱਬੂ ਦੇ ਜਨਾਜ਼ੇ 'ਤੇ ਸਾਨੂੰ ਫੈਮਿਲੀ ਵਟਸਐਪ ਗਰੁੱਪ ਤੋਂ ਬਹੁਤ ਆਸਰਾ ਮਿਲਿਆ। ਕਬਰਿਸਤਾਨ 'ਤੇ ਸਿਰਫ 10 ਲੋਕ ਹੀ ਜਾ ਸਕੇ, ਤਾਂ ਸਾਰਿਆਂ ਨੇ ਦੁਆ ਪੜ੍ਹ ਕੇ ਅੱਬੂ ਦਾ ਸਵਾਬ ਵਧਾ ਦਿੱਤਾ। ਪਰ ਹੁਣ ਜਿਹੜੇ ਮੈਸੇਜਿਸ ਉੜਦੇ ਫਿਰਦੇ ਹੈ ਸਿਰਫ ਅੰਮੀ ਦਾ ਦੁੱਖ ਵਧਾ ਰਹੇ ਹੈ। ਮਾਮੂ ਕੋਕੀ ਸਾਰਿਆਂ ਤੋਂ ਵੱਧ ਹੈ। ਉਹ ਕੋਵਿਡ ਦੇ ਬੜੇ ਫੇਕ ਨਿਊਜ਼ ਸ਼ੇਅਰ ਕਰਦੇ ਰਹਿੰਦੇ ਹੈ ਕਿ ਕੋਵਿਡ ਹੋਕਸ ਹੈ, ਕਿ 5G ਨਾਲ ਲਿੰਕਡ ਹੈ। ਕੋਇਨਸੀਡੈਂਸ ਤਾਂ ਨਹੀਂ ਕਿ ਕੋਵਿਡ ਉਦੋਂ ਸ਼ੁਰੂ ਹੋਇਆ ਜਦੋਂ 5G ਦੇ ਮਾਸਕ ਲਗਾਏ ਸੀ, ਕਿ ਬਿਗ ਫਾਰਮਰ ਕੰਪਨੀਆਂ ਨੇ ਸ਼ੁਰੂ ਕੀਤਾ, ਜਾਂ ਟਰੰਪ ਨੇ ਕੰਗ ਫਲੂ ਬਣਾ ਕੇ ਵੂਹਾਨ ਭੇਜਿਆ ਤਾਂ ਕਿ ਚਾਈਨਾ ਸੁਪਰ ਪਾਵਰ ਨਾ ਬਣੇ। ਮੈਂ ਸਿੱਧਾ ਜਵਾਬ ਗਰੁੱਪ 'ਤੇ ਪੋਸਟ ਕੀਤਾ। ਆਈ ਸਪੋਜ਼ ਚਾਈਨਾ ਨੇ ਰਿਟਰਨ ਟੂ ਸੈਂਡਰ ਲਿਖ ਕੇ ਵਾਪਸ ਟਰੰਪ ਨੂੰ ਪੈਕੇਜ ਭੇਜਿਆ। ਇਹ ਪਹਿਲੀ ਵਾਰੀ ਮੈਂ ਆਪਣੇ ਮਾਮੂ ਨਾਲ ਬਦਤਮੀਜ਼ੀ ਕੀਤੀ। ਅੰਮੀ ਫੋਨ 'ਤੇ ਰੋ ਰਹੀ ਸੀ। ਮੈਂ ਅੰਮੀ ਨੂੰ ਕਿਹਾ, ਮਿਊਟ ਨੋਟੀਫਿਕੇਸ਼ਨਸ ਤਾਂ ਕਲੀਅਰ ਚੈਟ ਕਰੋ ਜਾਂ ਗਰੁੱਪ ਨੂੰ ਛੱਡੋ। ਪਰ ਅੰਮੀ ਨੂੰ ਖਾਨਦਾਨੀ ਦਾ ਗੱਪਸ਼ਪ ਸੁਣ ਕੇ ਤਾਂ ਇੱਕ ਦੂਸਰੇ ਦੀ ਸ਼ਾਮੀ ਕਬਾਬ ਰੈਸਿਪੀ ਕੰਪੇਅਰ ਕਰਨ ਦਾ ਸ਼ੌਂਕ ਹੈ। ਇਸ ਦਫਾ ਮਾਮੂ ਦੀ ਜ਼ਬਾਨ ਕੁਝ ਜ਼ਿਆਦਾ ਲੰਬੀ ਹੋ ਗਈ। ਕਹਿੰਦੇ ਕਿ ਸੇਫ ਨੂੰ ਪੂਰੀ ਰਿਕਵਰੀ ਨਹੀਂ ਹੋਈ ਕਿਉਂਕਿ ਉਹਨਾਂ ਨੇ ਸੇਫ ਨੂੰ ਇੰਡਿਊਸ ਕੋਮਾ ਵਿੱਚ ਪਾ ਕੇ ਖਤਰਨਾਕ ਐਕਸਪੈਰੀਮੈਂਟਲ ਡਰੱਗਸ ਦਿੱਤੇ। ਮਾਮੂ ਨੇ ਅੰਮੂ ਨੂੰ ਕਿਹਾ ਪੇ ਫਲੂ ਜਬ ਮਨਾ ਕਰੋ ਕਿਉਂਕਿ ਡਾਕਟਰ ਨੇ ਬਿਨਾਂ ਪੁੱਛ ਕੇ ਤੁਹਾਨੂੰ ਕਰੋਨਾ ਦੇ ਨਾਲ ਇੰਜੈਕਟ ਕਰੂੰਗੇ। ਉਹਨਾਂ ਨੂੰ ਗਿਨੀ ਪਿਗਸ ਚਾਹੀਦੇ ਸੀ। ਮਾਮੂ ਅੰਮੀ ਤੋਂ ਵੱਡੇ ਹੈ ਤਾਂ ਅੰਮੀ ਮੰਗੇ। ਸੇਫ ਨੂੰ ਪਤਾ ਲੱਗਿਆ and he kicked off with ਮਾਮੂ। ਹੁਣ ਅੰਮੀ ਸਾਡੇ ਨਾਲ ਨਾਰਾਜ਼ ਹੈ, ਕਹਿੰਦੀ ਹੈ ਕਿ ਆਪਾਂ ਮਾਮੂ ਦੀ ਬੇਇੱਜ਼ਤੀ ਕੀਤੀ। ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਸੈਫ ਹਸਪੀਟਲ ਗਿਆ ਵੈਂਟੀਲੇਟਰ 'ਤੇ, ਤਾਂ ਵਾਪਸ ਆਇਆ ਰਿਸਰਚ ਹੀਰੋ ਰਿਕਵਰੀ ਟਰਾਇਲ ਵਿੱਚ ਹਿੱਸਾ ਲੈ ਕੇ। ਇਹ ਖਬਰ ਵਟਸਐਪ ਗਰੁੱਪ 'ਤੇ ਪੋਸਟ ਕਰੋ। ਅੰਮੀ ਨੇ ਕਿਹਾ ਕਿ ਮੇਰਾ ਪੁੱਤਰ ਮਾਊਂਟ ਸਨੋਡਨ ਚੜ੍ਹਦਾ ਸੀ, ਉਹਨਾਂ ਨੂੰ ਉੱਪਰ ਬਾਥਰੂਮ ਜਾਣ ਤੋਂ ਸਾਹ ਚੜ੍ਹਦਾ ਹੈ। ਅੱਬੂ ਤੋਂ ਬਾਅਦ ਮੈਂ ਅੰਮੀ ਨੂੰ ਕਿਹਾ ਕਿ ਮੇਰੇ ਘਰ ਆ ਕੇ ਰਹੋ ਸਾਡੇ ਬਬਲ ਵਿੱਚ। ਤੁਸੀਂ ਆਪਣੇ ਘਰ ਇਕੱਲੇ ਹੋ, ਨਾਲੇ ਹਰ ਜਗ੍ਹਾ ਅੱਬੂ ਦੀ ਮੈਮਰੀਜ਼ ਹੈ। ਇਹ ਨਹੀਂ ਕਿ ਆਪਾਂ ਇੱਦਾਂ ਭੁੱਲਣਾ ਚਾਹੁੰਦੇ ਹੈ। ਪਰ ਅੰਮੀ ਨਹੀਂ ਮੰਨੀ। ਜਦੋਂ ਮੇਰੇ ਮੁੰਡੇ ਵਾਪਸ ਸਕੂਲ ਗਏ ਤਾਂ ਉਹ ਜਿਹੜਾ ਬਬਲ ਸੀ ਉਹ ਵੀ ਹੁਣ ਫਟ ਗਿਆ। ਮੇਰਾ ਛੋਟਾ ਜ਼ੇਨ ਦੀ ਕਲਾਸ ਵਿੱਚ ਇੱਕ ਮੁੰਡਾ ਬਿਮਾਰ ਹੋਇਆ ਤਾਂ ਸਾਰੀ ਈਅਰ ਨੂੰ ਭੇਜਿਆ ਆਈਸੋਲੇਟ ਕਰਨ। ਜ਼ੇਨ ਦੇ ਕੋਈ ਸਿੰਪਟਮਸ ਨਹੀਂ ਸੀ ਅਲਹਮਦੁਲਿਲਾ, ਤਾਂ ਉਹਨੂੰ ਫਿਰ ਕੋਵਿਡ ਦਾ ਟੈਸਟ ਵੀ ਨਹੀਂ ਮਿਲਿਆ। ਵਿਚਾਰਾ ਹੁਣ ਕਮਰੇ ਵਿੱਚ ਬੰਦ ਹੈ, ਟੈਬਲੇਟ ਦੇ ਨਾਲ ਖੇਲਦਾ। ਅਸੀਂ ਸਾਰੇ ਸੋਸ਼ਲ ਡਿਸਟੈਂਸਿੰਗ ਰੱਖ ਰਹੇ। ਅੰਮੀ ਵੀ ਆਉਣਾ ਚਾਹੁੰਦੀ ਸੀ ਲਾਡ ਪਿਆਰ ਕਰਨ ਲਈ, ਪਰ ਮੈਂ ਮਨਾ ਕੀਤਾ। ਵਿਦਆਊਟ ਹਰ ਫਲੂ ਜਬ ਮੈਂ ਰਿਸਕ ਤਾਂ ਨਹੀਂ ਲੈਣਾ, ਗਾਰਡਨ ਵਿੱਚ ਵੀ ਨਹੀਂ। ਮੇਰੀ ਬੀਵੀ ਕਹਿੰਦੀ ਕਿ ਲੋਕਡਾਊਨ ਹੋਵੇਗਾ ਤਾਂ ਬੈਟਰ ਹੈ। ਜਦੋਂ ਸਾਰੇ ਘਰ ਵਿੱਚ ਸੀ ਤਾਂ ਆਰਾਮ ਸੀਗਾ ਤੇ ਸਾਰੇ ਠੀਕ ਵੀ ਰਹੇ। ਉਹੀ ਸ਼ਾਮ ਮੈਂ ਜ਼ੇਨ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ। ਉਹ ਅੰਮੀ ਨਾਲ ਫੇਸ ਟਾਈਮ 'ਤੇ ਸੀ, ਰੋਂਦਾ ਸੀ। What's the point of school work, ਦਾਦੋ, when we can't beat coronavirus? ਮੇਰੇ ਮੁੰਡਿਆਂ ਨੂੰ ਅੱਬੂ ਦੀ ਕਮੀ ਬਹੁਤ ਫੀਲ ਹੋਈ। ਨਾਲੇ ਹੁਣ ਆਪਣੀ ਪਿਆਰੀ ਦਾਦੂ ਨੂੰ ਵੀ ਨਹੀਂ ਦੇਖ ਸਕਦੇ, ਨਾ ਜੱਫੀ ਪਾ ਸਕਦੇ। ਫਿਰ ਮੈਂ ਸੁਣਿਆ ਕਿ ਅੰਮੀ ਜ਼ੇਨ ਨੂੰ ਕਹਾਣੀ ਸੁਣਾ ਰਹੇ ਸੀ, ਜਿਹੜੀ ਮੈਨੂੰ ਨਾਲ ਇਸ ਸੇਫ ਨੂੰ ਸੁਣਾਉਂਦੇ ਸੀ। ਉਹ ਕਮਲ ਵਾਲੀ ਕਹਾਣੀ। ਮੈਂ ਮਸਜਿਦ ਦੀ ਇੰਟਰਫੇਸ ਫੋਕਸ ਗਰੁੱਪ ਤੋਂ ਆਇਆ ਸੀ।
ਸਾਡੇ ਏਰੀਆ ਵਿੱਚ ਵੈਕਸੀਨ ਟਰਾਇਲ ਹੋ ਰਹੇ ਤਾਂ ਉਹਨਾਂ ਨੂੰ ਹੰਡਰਡਸ ਆਫ ਵੋਲੰਟੀਅਰਸ ਚਾਹੀਦੇ ਜਿਹੜੇ ਸਾਈਨ ਚੁੱਕੇ ਹੈ ਉਹ 93% ਗੋਰੇ ਹੈ। ਸਾਡੇ ਲੋਕੀ ਭਰੋਸਾ ਨਹੀਂ ਕਰਦੇ। ਜਿਹੜੇ ਵੈਕਸੀਨ ਟਾਸਕ ਫੋਰਸ ਵਾਲੇ ਸਾਰਿਆਂ ਦੇ ਸਵਾਲਾਂ ਨੂੰ ਜਵਾਬ ਦੇ ਰਹੇ ਸੀ ਕਿ ਵੈਕਸੀਨ ਲਾਈਵ ਨਹੀਂ ਹੈ, ਇਹ ਵਾਲੀ ਵੈਕਸੀਨ ਵਿੱਚ ਕੋਈ ਜਾਨਵਰ ਦੇ ਪ੍ਰੋਡਕਟਸ ਨਹੀਂ ਹੈ, ਹਲਾਲ ਹੈ, ਤੁਹਾਡੇ ਇੰਸ਼ੋਰੈਂਸ 'ਤੇ ਕੋਈ ਫਰਕ ਨਹੀਂ ਪਏਗਾ। ਉਹ ਵੈਕਸੀਨ ਲੱਭ ਰਹੇ ਹੈ ਜਿਹੜੀ ਸਾਰਿਆਂ ਨੂੰ ਅਸਰ ਕਰੇਗੀ, ਨਾਲੇ ਸਾਰੇ ਪ੍ਰੋਟੋਕੋਲ ਵੀ ਕਰ ਰਹੇ। ਇਨਫੋਰਮੇਸ਼ਨ ਲੈ ਕੇ ਸਭ ਮੇਰੇ ਬਾਰੇ ਦੇਖ ਰਹੇ ਸੀ ਸਲਾਹ ਵਾਸਤੇ। ਅੱਬੂ ਨੂੰ ਪਤਾ ਹੁੰਦਾ ਅਸੀਂ ਕੀ ਫੈਸਲਾ ਕਰੀਏ, ਪਰ ਮੈਂ ਜ਼ੈਨ ਨੂੰ ਪਰੇਸ਼ਾਨ ਦੇਖ ਕੇ ਮੇਰਾ ਜਵਾਬ ਤਾਂ ਸਾਹਮਣੇ ਸੀ। ਗਵਰਨਮੈਂਟ ਵਾਲੇ ਤਾਂ ਕਹਿੰਦੇ ਰਹਿੰਦੇ ਕਿ ਕਵਰੀ ਆ ਰਹੀ ਹੈ, ਪਰ ਇਕੁਏਸ਼ਨ ਉਦੋਂ ਬਦਲੇਗਾ ਜਦੋਂ ਵੈਕਸੀਨ ਆਊਗੀ। ਅੰਟਿਲ ਦੈਨ ਅਸੀਂ ਇਹ ਨਿਊ ਨਾਰਮਲ ਜ਼ਿੰਦਗੀ ਜੀ ਰਹੇ ਹੈ। ਅਗਲਾ ਦਿਨ ਮੈਂ ਅੰਮੀ ਨੂੰ ਕਿਹਾ ਕਿ ਮੈਂ ਵੋਲੰਟੀਅਰ ਕਰਨਾ ਹੈ। ਮੇਰਾ ਨਾਂ ਦਿੱਤਾ ਨੈਸ਼ਨਲ ਵੈਕਸੀਨ ਰਜਿਸਟਰੀ 'ਤੇ। ਅੰਮੀ ਨੇ ਕਿਹਾ ਤੈਨੂੰ ਰਿਮੈਂਬਰ ਨਹੀਂ ਪਿਓ ਜਿਹੜਾ ਬੰਦਾ ਉਹ ਵੈਕਸੀਨ ਟਰਾਇਲ ਕੀਤਾ ਨਾਲੇ ਉਹ ਫਿਰ ਬਿਮਾਰ ਹੋ ਗਿਆ। ਮੈਂ ਅੰਮੀ ਨੂੰ ਕਿਹਾ ਵੀ ਮੈਂ ਤੁਹਾਡੇ ਵਾਸਤੇ ਕਰਦਾ ਹਾਂ ਕਿਉਂਕਿ ਲੋਕਾਂ ਨੇ ਟਰਾਇਲ ਕੀਤਾ ਤਾਂ ਹੀ ਹੁਣ ਤੁਹਾਨੂੰ ਫਲੂ ਜਬ ਦਾ ਪ੍ਰੋਟੈਕਸ਼ਨ ਮਿਲਦਾ ਆ, ਤਾਂ ਤੁਸੀਂ ਤਾਂ ਉਹ ਵੀ ਨਹੀਂ ਲਿਆ। ਅੱਬੂ ਤਾਂ ਚਲੀ ਗਏ, ਅਸੀਂ ਤੁਹਾਨੂੰ ਨਹੀਂ ਖੋਣਾ ਚਾਹੁੰਦੇ। ਫਿਰ ਮੈਂ ਅੰਮੀ ਨੂੰ ਕਹਾਣੀ ਯਾਦ ਕਰਵਾਈ ਜਿਹੜੀ ਜ਼ੈਨ ਨੂੰ ਸੁਣਾਉਂਦੇ ਸੀ। ਇੱਕ ਦਿਨ ਸਾਡੇ ਪ੍ਰੋਫਿਟ ਪੀਸ ਬੀ ਅਪੋਨ ਹਿਮ ਕੋਈ ਬੈਡਵਿਨ ਸਾਥੀ ਨਾਲ ਸਫ਼ਰ ਕਰ ਰਹੇ ਸੀ। ਜਦੋਂ ਆਪਣੇ ਮਕਾਨ 'ਤੇ ਪਹੁੰਚ ਕੇ ਸਾਥੀ ਨੇ ਆਪਣਾ ਕਮਲ 'ਤੇ ਰੱਸੀ ਨਹੀਂ ਬੰਨ੍ਹੀ। ਸਾਡੇ ਨਬੀ ਨੇ ਪੁੱਛਿਆ ਕਿਉਂਕਿ ਤੂੰ ਊਂਟ ਨੂੰ ਨਹੀਂ ਬੰਨ੍ਹਿਆ? ਤਾਂ ਸਾਥੀ ਨੇ ਜਵਾਬ ਦਿੱਤਾ ਕਿ ਮੈਨੂੰ ਅੱਲਾ 'ਤੇ ਭਰੋਸਾ ਹੈ, ਊਂਟ ਨੂੰ ਕੋਈ ਚੋਰੀ ਨਹੀਂ ਕਰੇਗਾ, ਨਾ ਹੀ ਉਹ ਨੱਠੇਗਾ। ਸਾਡੇ ਨਬੀਬ ਨੇ ਕਿਹਾ ਪਹਿਲਾਂ ਊਂਟ ਨੂੰ ਰੱਸੀ ਬੰਨ੍ਹ ਕੇ ਰੱਖੋ, ਬਾਅਦ ਵਿੱਚ ਅੱਲਾ 'ਤੇ ਭਰੋਸਾ ਕਰੋ। ਈਮਾਨ ਦਾ ਨਹੀਂ ਮਤਲਬ ਕਿ ਤੁਸੀਂ ਕਿਸਮਤ ਦੇ ਸਾਹਮਣੇ ਹੱਥ ਬੰਨ੍ਹ ਕੇ ਬੈਠ ਜਾਓ। ਆਪਣੀ ਵੀ ਜ਼ਿੰਮੇਵਾਰੀ ਹੁੰਦੀ ਆ। ਸਾਡਾ ਫਿਊਚਰ ਇਲਮ ਵਿੱਚ ਹੈ। ਜਦੋਂ ਮੈਨੂੰ ਵੈਕਸੀਨ ਦਾ ਪਹਿਲਾ ਡੋਜ਼ ਮਿਲਿਆ ਮੈਂ ਸੈਲਫੀ ਲਈ ਤਾਂ ਅੰਮੀ ਨੇ ਫੈਮਿਲੀ ਵਟਸਐਪ 'ਤੇ ਪੋਸਟ ਕੀਤੀ। ਬਥੇਰੇ ਮੈਸੇਜਸ ਆਏ ਐਂਟੀ ਵੈਕਸਰਸ ਤੋਂ। ਅੰਮੀ ਨੇ ਸਾਡੇ ਨਵੀਂ ਦਾ ਮੈਸੇਜ ਭੇਜਿਆ, ਪਹਿਲੋਂ ਆਪਣਾ ਊਂਟ ਨੂੰ ਰੱਸੀ ਨਾਲ ਬੰਨੋ, ਫਿਰ ਅੱਲਾ 'ਤੇ ਭਰੋਸਾ ਕਰੋ। ਚੁੱਪ-ਚਾਪ ਹੋ ਗਏ। ਇੱਕ ਦੋ ਕਜ਼ਨ ਨੇ ਮੈਨੂੰ ਡਾਇਰੈਕਟ ਮੈਸੇਜ ਕੀਤਾ, ਅਸੀਂ ਕੀ ਕਰ ਸਕਦੇ? We're riding the second wave together as a family. Mum's had her flu jab. ਸਾਡਾ ਮਿਲਣਾ ਜੁਲਣਾ ਫੇਰ ਸ਼ੁਰੂ ਹੋਇਆ with government guidelines. ਇਨਸ਼ਾਅੱਲਾ ਕ੍ਰਿਸਮਸ ਸਾਡੇ ਨਾਲ ਗੁਜ਼ਾਰਾਂਗੇ। ਅੰਮੀ ਦੀ ਹਲਾਲ ਟਰਕੀ ਜ਼ਬਰਦਸਤ ਹੈ।